इस कदर भी ਜਿਹੜੇ ਹਵਾਨ ਨੇ ਅੱਜ ਵੀ ਪੰਜਾਬ ਪੁਲਿਸ ਦੇ ਵਿੱਚ ਮੌਜੂਦ ਨੇ। ਬੜਾ ਦਿਲ ਦਹਿਲਾ ਦੇਣ ਵਾਲਾ ਵਾਕਿਆ ਏ। ਲਹਿੰਦੇ ਪੰਜਾਬ ਤੋਂ ਮੈਂ ਤੁਹਾਡਾ ਹੋਸਟ ਮਹਿਰ ਵਕਾਰ ਅਨਵਰ। ਵਾਮ ਦੇ ਜਿਹੜੇ ਮਾਹਫਜ਼ ਨੇ ਲਾਹੌਰ ਗਾਜ਼ੀਆਬਾਦ ਦੇ ਵਿੱਚ ਉਹੀ ਵਾਮ ਦੇ ਦੁਸ਼ਮਣ ਬਣ ਗਏ ਨੇ। ਇੱਕ ਜ਼ਿਹਨੀ ਮਜ਼ਦੂਰ ਲੜਕੀ ਦੇ ਨਾਲ ਜ਼ਿਆਦਤੀ ਦਾ ਜਿਹੜਾ ਵਾਕਿਆ ਏ ਉਹ ਰਿਪੋਰਟ ਹੋਇਆ ਹੈ, ਜਿਹੜਾ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਉਹਦਾ ਤੂਫਾਨ ਬਰਪਾ ਹੋਇਆ ਪਿਆ ਹੈ। इस कदर भी ਜਿਹੜੇ ਹਵਾਨ ਨੇ ਅੱਜ ਵੀ ਪੰਜਾਬ ਪੁਲਿਸ ਦੇ ਵਿੱਚ ਮੌਜੂਦ ਨੇ। ਬੜਾ ਦਿਲ ਦਹਿਲਾ ਦੇਣ ਵਾਲਾ ਵਾਕਿਆ ਏ। ਇੱਕ ਜਿਹੜੀ ਜ਼ਿਹਨੀ ਮਜ਼ਦੂਰ ਲੜਕੀ ਏ ਉਹਨੂੰ ASI ਜਿਹੜਾ ਏ ਥਾਣੇ ਦੇ ਵਿੱਚ ਕਮਰੇ 'ਚ ਲੈ ਕੇ ਜਾਂਦਾ ਹੈ ਕਿ ਤੇਰੀ ਤਫਤੀਸ਼ ਕਰਨੀ ਹੈ। ਉਸ ਤੋਂ ਬਾਅਦ ਉੱਥੇ ਜਾ ਕੇ ਉਹਦੇ ਨਾਲ ਜ਼ਿਆਦਤੀ ਕਰਦਾ ਹੈ। ਇਹ ਬੜਾ ਅਫਸੋਸ ਦਾ ਵਾਕਿਆ ਹੈ ਕਿ ਜਿੱਥੇ ਲੋਕ ਇਨਸਾਫ ਲੈਣ ਵਾਸਤੇ ਜਾਂਦੇ ਨੇ ਉੱਥੇ ਇਸ ਤਰ੍ਹਾਂ ਦੇ ਜਿਹੜੇ ਦਰਿੰਦੇ ਨੇ ਉਹ ਇਸ ਤਰ੍ਹਾਂ ਦੇ ਵੀ ਵਾਕਿਆਤ ਕਰ ਸਕਦੇ ਨੇ। ਇਹ ਜਦੋਂ ਵਾਕਿਆ ਰਿਪੋਰਟ ਹੁੰਦਾ ਹੈ ਉਸ ਤੋਂ ਬਾਅਦ ਸੰਤਰੀ ਤੋਂ ਲੈ ਕੇ ਹਰ ਬੰਦੇ ਨੂੰ ਪਤਾ ਹੁੰਦਾ ਹੈ। ਜਦੋਂ ਜ਼ਿਹਨੀ ਮਜ਼ਦੂਰ ਲੜਕੀ ਦੇ ਨਾਲ ਇਹ ਕੰਮ ਕਰਕੇ ਤੇ ਉਹਨੂੰ ਬਾਹਰ ਛੱਡਣ ਵਾਸਤੇ ਜਾਂਦਾ ਹੈ, ਸੰਤਰੀ ਸਾਹਿਬ ਪੁੱਛਦੇ ਨੇ ਕਿ ਤਫਤੀਸ਼ ਹੋ ਗਈ ਏ? ਉਹ ਕਹਿੰਦਾ ਹਾਂਜੀ ਹੋ ਗਈ। ਫਿਰ ਉਹਨੂੰ ਬਾਹਰ ਰਕਸ਼ੇ ਤੇ ਬਹਾ ਕੇ ਡਰਾਇਆ ਧਮਕਾਇਆ ਜਾਂਦਾ ਹੈ ਕਿ ਅਗਰ ਤੂੰ ਕਿਸੇ ਦੇ ਅੱਗੇ ਨਾਂ ਲਿਆ ਜਾਂ ਕਿਸੇ ਦੇ ਅੱਗੇ ਗੱਲ ਕੀਤੀ ਤੇ ਤੈਨੂੰ ਮੈਂ ਜਾਨੋਂ ਮਾਰ ਦਿਆਂਗਾ, ਤੈਨੂੰ ਮੈਂ ਕਤਲ ਕਰ ਦਿਆਂਗਾ। ਲੜਕੀ ਰੋਂਦੀ ਰੋਂਦੀ ਘਰ ਜਾਂਦੀ ਹੈ, ਜਾ ਕੇ ਆਪਦੇ ਵਾਲਦੈਨ ਨੂੰ ਸਾਰੀ ਸੂਰਤ-ਹਾਲ ਦੱਸਦੀ ਕਿ ਇਸ ਤਰ੍ਹਾਂ ਥਾਣੇ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਮੇਰੇ ਨਾਲ ਕਮਰੇ ਦੇ ਵਿੱਚ ਇੰਜ ਜ਼ਿਆਦਤੀ ਕੀਤੀ ਗਈ ਹੈ। ਉਸ ਤੋਂ ਬਾਅਦ ਵਾਲਦੈਨ ਨੂੰ ਪੈਸਿਆਂ ਦਾ ਵੀ ਲਾਲਚ ਦਿੱਤਾ ਜਾਂਦਾ ਹੈ, ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਉਹਨਾਂ ਨੂੰ ਰਾਸਾ ਵੀ ਕੀਤਾ ਜਾਂਦਾ ਹੈ। ਲੇਕਿਨ ਜਦੋਂ ਜ਼ਿਆਦਤੀ ਹੁੰਦੀ ਹੈ ਉਹ ਜ਼ਿਆਦਤੀ ਹੀ ਹੁੰਦੀ ਹੈ। ਫਿਰ ਕੀ ਹੁੰਦਾ ਹੈ ਕਿ ਕਿਸੇ ਤਰ੍ਹਾਂ ਗੱਲ IG ਕੋਲ ਪਹੁੰਚ ਜਾਂਦੀ ਹੈ। IG ਫੌਰੀ ਤੌਰ ਦੇ ਉੱਤੇ ਇਹਦੇ ਤੇ ਨੋਟਿਸ ਲੈਂਦਾ ਹੈ। ਨੋਟਿਸ ਲੈ ਕੇ 78 ਜਿਹੜੇ ਅਹਿਲਕਾਰ ਨੇ ਪੂਰੇ ਦਾ ਪੂਰਾ ਥਾਣਾ ਹੈ ਉਹਨੂੰ ਮੁਅੱਤਲ ਕਰ ਦਿੰਦਾ ਹੈ। ਤੇ ਵਾਮ ਦੇ ਵਿੱਚ ਸ਼ਦੀਦ ਜਿਹੜਾ ਗਮੋ ਗੁੱਸਾ ਪਾਇਆ ਜਾਂਦਾ ਪਿਆ ਕਿ ਇਹਨਾਂ ਨੂੰ ਮੁਅੱਤਲ ਕਰਨਾ ਕੋਈ ਹੱਲ ਨਹੀਂ ਦਾ। ਪਹਿਲੇ ਵੀ ਕਾਫੀ ਜ਼ਿਆਦਾ ਜਿਹੜੇ SHO ਨੇ, ਥਾਣੇਦਾਰ ਨੇ, ਸਬ ਇੰਸਪੈਕਟਰ ਨੇ, ਇਹਨਾਂ ਨੂੰ ਮੁਅੱਤਲ ਕਰਨ ਦਾ ਕੰਮ ਹੁੰਦਾ ਹੈ। ਇੱਕ ਜਗ੍ਹਾ ਤੋਂ ਮੁਅੱਤਲ ਕੀਤਾ ਜਾਂਦਾ ਤੇ ਦੂਸਰੀ ਜਗ੍ਹਾ ਤੇ ਫਿਰ ਜਾ ਕੇ ਉਹ SHO ਲੱਗ ਜਾਂਦਾ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਵਾਕਿਆਤ ਨੇ CCD ਨੂੰ ਵੀ ਦਿੱਤੇ ਜਾਂਦੇ ਨੇ। ਲੇਕਿਨ ਜਦੋਂ ਪੇਟੀ ਭਰਾ ਦੀ ਗੱਲ ਆਉਂਦੀ ਹੈ ਤੇ ਉਦੋਂ ਹਰ ਪਾਸੇ ਸਨਾਟੇ ਪੈ ਜਾਂਦੇ ਨੇ। ਕਿਸੇ ਕਿਸਮ ਦੀ ਵੀ ਜਿਹੜੀ ਕਾਰਵਾਈ ਹੈ CCD ਦੇ ਹਵਾਲੇ ਨਹੀਂ ਕੀਤੀ ਜਾਂਦੀ। ਉਦੋਂ IG ਸਾਹਿਬ ਬਿਆਨ ਦਿੰਦੇ ਨੇ ਕਿ ਜੀ ਇਹ ਜਿਹੜਾ ਮਾਮਲਾ ਹੈ ਇਹਨੂੰ ਅਸੀਂ ਆਪ ਵੇਖਾਂਗੇ ਤੇ ਆਪ ਡੀਲ ਕਰਾਂਗੇ, ਕਿਉਂਕਿ ਪੇਟੀ ਭਰਾ ਦੇ ਜਦੋਂ ਨੇਫੇ ਦੇ ਵਿੱਚ ਚੱਲਣਾ ਹੈ ਤੇ ਬੜੀ ਤਕਲੀਫ ਦੀ ਗੱਲ ਹੁੰਦੀ ਹੈ। ਵਾਮ ਦੇ ਨਾਲ ਜ਼ਿਆਦਤੀ ਕਰਨ ਵਾਲਾ ਜਿਹੜਾ ਮਾਮਲਾ ਹੈ ਪੁਲਿਸ ਦਾ ਪਹਿਲੇ ਹੀ ਕਾਫੀ ਜ਼ਿਆਦਾ ਮਸ਼ਹੂਰ ਹੈ ਕਿ ਪੁਲਿਸ ਹਮੇਸ਼ਾ ਤੋਂ ਹੀ ਵਾਮ ਦੇ ਨਾਲ ਚੰਗਾ ਰਵੱਈਆ ਨਹੀਂ ਕਰਦੀ। ਵਾਮ ਨੂੰ ਡਰਾਉਣ ਧਮਕਾਉਣ ਦਾ ਕੰਮ ਵੀ ਹੁੰਦਾ ਹੈ। ਜਦੋਂ ਥਾਣਿਆਂ ਦੇ ਵਿੱਚ ਦਰਖਾਸਤਾਂ ਸੁਣੀਆਂ ਜਾਂਦੀਆਂ ਨੇ, ਪਰਚੇ ਦਿੱਤੇ ਜਾਂਦੇ ਨੇ, ਰੇਟਾਂ ਕੀਤੀਆਂ ਜਾਂਦੀਆਂ ਨੇ, ਇਹਨਾਂ ਦਾ ਜਿਹੜਾ ਰਵੱਈਆ ਹੈ ਹਮੇਸ਼ਾ ਤੋਂ ਹੀ ਵਾਮ ਉਹਦੇ ਉੱਤੇ ਇਜ਼ਹਾਰੇ ਅਫਸੋਸ ਕਰਦੀ ਨਜ਼ਰ ਆਉਂਦੀ ਹੈ। ਤੇ ਇਸ ਤਰ੍ਹਾਂ ਦੀ ਜਿਹੜੀ ਦਰਿੰਦਗੀ ਹੈ ਥਾਣੇ ਦੇ ਅੰਦਰ ਅੱਜ ਕੱਲ੍ਹ ਦਾ ਜਿਹੜਾ ਮਾਡਲ ਦੌਰ ਹੈ, ਲਾਹੌਰ ਦੇ ਵਿੱਚ ਜਿਹੜੇ CCTV ਕੈਮਰੇ ਲੱਗੇ ਹੋਏ ਨੇ ਜਗ੍ਹਾ ਜਗ੍ਹਾ ਦੇ ਉੱਤੇ। ਉਸ ਤੋਂ ਬਾਅਦ ਥਾਣਿਆਂ ਨੂੰ ਕਰੋੜਾਂ ਰੁਪਏ ਲਾ ਕੇ ਮਾਡਲ ਬਣਾਇਆ ਗਿਆ, CCTV ਕੈਮਰੇ ਲਾਏ ਗਏ ਨੇ ਤੇ ਉਸ ਦੇ ਬਾਵਜੂਦ ਇਸ ਤਰ੍ਹਾਂ ਦਾ ਵਾਕਿਆ ਰਿਪੋਰਟ ਹੋਣਾ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੀ ਆਪਦੀ ਇੱਜ਼ਤ ਹੈ ਉਹ ਇੱਜ਼ਤ ਹੈ ਤੇ ਜਿਹੜੀ ਕਿਸੇ ਦੀ ਇੱਜ਼ਤ ਹੈ ਉਹ ਇੱਜ਼ਤ ਨਹੀਂ ਦੀ। ਤੇ ਇਹ ਜਿਹੜਾ ਦਿਲ ਦਹਿਲਾ ਦੇਣ ਵਾਲਾ ਵਾਕਿਆ ਬਣਿਆ ਇਸ ਟਾਈਮ ਪੂਰੇ ਲਾਹੌਰ ਦੇ ਵਿੱਚ, ਇਹਦੇ ਉੱਤੇ ਵਾਮ ਜਿਹੜੀ ਉਹਦੇ ਵਿੱਚ ਸ਼ਦੀਦ ਗਮੋ ਗੁੱਸਾ ਹੈ, ਕਿਉਂਕਿ ਇਸ ਕੇਸ ਨੂੰ ਫੌਰੀ ਤੌਰ ਦੇ ਉੱਤੇ CCD ਸੇਲ ਜ਼ਫਰ ਚੱਠਾ ਨੂੰ ਦਿੱਤਾ ਜਾਵੇ ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਵਾਕਿਆ ਹੈ ਦੁਬਾਰਾ ਤੋਂ ਰਿਪੋਰਟ ਨਾ ਹੋ ਸਕੇ। ਤੇ ਅਦਾਲਤ ਦੇ ਵਿੱਚ ਇਹਨਾਂ ਮੁਲਜ਼ਮਾਨ ਨੂੰ ਵੀ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ ਜੱਜ ਨੇ ਇਹਦੇ ਉੱਤੇ ਰਿਮਾਂਡ ਦੇ ਦਿੱਤਾ ਹੈ, ਲੇਕਿਨ CCD ਦੇ ਹਵਾਲੇ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਹੁਣ ਜਿਹੜੀ ਜ਼ਿਹਨੀ ਮਜ਼ਦੂਰ ਲੜਕੀ ਹੈ ਉਹ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਅੱਗੇ ਅਪੀਲ ਕਰਦੀ ਪਈ ਹੈ, ਉਹਦੇ ਘਰ ਵਾਲੇ ਅਪੀਲ ਕਰਦੇ ਪਏ ਨੇ, ਇਲਾਕੇ ਵਾਲੇ ਅਪੀਲ ਕਰਦੇ ਪਏ ਨੇ ਕਿ ਇਸ ਤਰ੍ਹਾਂ ਦੇ ਦਰਿੰਦੇ ਨੂੰ ਸਰੇਆਮ ਫਾਂਸੀ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਬੇਟੀ ਦੇ ਨਾਲ ਇਸ ਤਰ੍ਹਾਂ ਦਾ ਬਦਕਾਰੀ ਦਾ ਜਿਹੜਾ ਮਾਮਲਾ ਹੈ ਉਹ ਨਾ ਬਣੇ। ਇਹ ਦਿਲ ਦਹਿਲਾ ਦੇਣ ਵਾਲਾ ਵਾਕਿਆ ਹੈ ਤੇ ਹੁਣ ਹਰ ਪਾਸੇ ਇਸ ਕੇਸ ਦੇ ਜਿਹੜੇ ਚਰਚੇ ਨੇ ਉਹ ਹੁੰਦੇ ਪਏ ਨੇ। ਫੌਰੀ ਤੌਰ ਦੇ ਉੱਤੇ CCD ਨੂੰ ਵੀ ਚਾਹੀਦਾ ਹੈ ਕਿ ਇਹਦੇ ਨੇਫੇ ਦੇ ਵਿੱਚ ਪਿਸਟਲ ਚੱਲੇ ਤਾਂ ਕਿ ਇਸ ਤਰ੍ਹਾਂ ਦਾ ਦੁਬਾਰਾ ਵਾਕਿਆ ਕਿਸੇ ਇਨਸਾਫ ਵਾਲੀ ਜਗ੍ਹਾ ਤੇ ਨਾ ਬਣੇ। ਅੱਜ ਦੇ ਪ੍ਰੋਗਰਾਮ ਤੋਂ ਮੈਨੂੰ ਦਿਓ ਇਜਾਜ਼ਤ। ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਫਿਰ ਹੋਵੇ ਦੀ ਮੁਲਾਕਾਤ। ਉਦੋਂ ਤੱਕ ਅੱਲਾ ਨਿਗਹਿਬਾਨ।